ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਅਤੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਹਰ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮਤਿ ਵੈਸੋ ਸਫਾ ਵਿਛਾਏ। ਗੁਰਬਾਣੀ ਦੇ ਇਹਨਾਂ ਮਹਾਂਵਾਕ ਅਨੁਸਾਰ ਅੱਜ ਦਾ ਇਹ ਪ੍ਰੋਗਰਾਮ, ਜੋ ਕਿ ਜਿੱਥੇ ਗੁਰਤਾ ਗੱਦੀ ਦਿਵਸ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੂਸਰੇ ਪਾਤਸ਼ਾਹ ਜੀ ਉਹਨਾਂ ਨੂੰ ਸਮਰਪਿਤ ਹੋ ਕੇ, ਜਿੱਥੇ ਅੱਜ ਸਾਡੇ ਪਾਸ ਸਿੱਖ ਚੈਨਲ ਦੇ ਸਟੂਡੀਓ ਵਿੱਚ ਜਿੱਥੇ ਸਿੱਖ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਜੀ ਜੁੜ ਬੈਠੇ ਹਨ, ਜਿਨ੍ਹਾਂ ਨਾਲ ਕਿ ਅੱਗੇ ਵੀ ਆਪਾਂ ਵਿਚਾਰਾਂ ਕੀਤੀਆਂ, ਪਰ ਅੱਜ ਦੀ ਵਿਚਾਰ ਜਿੱਥੇ ਉਹਨਾਂ ਨੇ ਖਾਸ ਤੌਰ 'ਤੇ, ਕਿਉਂਕਿ ਸਮਾਂ ਸੀਮਿਤ ਸੀ, ਥੋੜ੍ਹਾ ਸੀ, ਕੁਝ ਵਿਚਾਰਾਂ ਰਹਿ ਗਈਆਂ, ਇਸ ਲਈ ਅੱਜ ਦਾ ਉਹਨਾਂ ਨੇ ਪ੍ਰੋਗਰਾਮ ਜਿੱਥੇ ਬਾਬਾ ਲੱਖਾ ਸਿੰਘ ਜੀ ਦੇ ਉਦਮ ਉਪਰਾਲੇ ਨਾਲ ਦਾਸਾਂ ਨੂੰ ਆਵਾਜ਼ ਮਾਰੀ ਗਈ, ਅਤੇ ਇਹ ਜੋ ਸਿੱਖ ਚੈਨਲ ਦੇ ਸਟੂਡੀਓ ਵਿੱਚ, ਬਰਮਿੰਘਮ ਸਟੂਡੀਓ ਵਿੱਚ ਆਪਾਂ ਸਮੂਹ ਸੱਜਣ ਜਿੱਥੇ ਅੱਜ ਸਿੱਖ ਚੈਨਲ ਦੇ ਜ਼ਰੀਏ ਬਾਬਾ ਲੱਖਾ ਸਿੰਘ ਜੀ ਦੇ ਵਿਚਾਰਾਂ ਨੂੰ ਖਾਸ ਤੌਰ 'ਤੇ ਸਰਵਣ ਕਰਨ ਲਈ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਜੀ ਨਾਨਕ ਸੰਪਰਦਾ ਦੇ ਮੁਖੀ, ਉਹਨਾਂ ਨੂੰ ਜੀ ਆਇਆਂ, ਉਹਨਾਂ ਦਾ ਧੰਨਵਾਦ। ਅਤੇ ਉਹਨਾਂ ਦੇ ਨਾਲ ਹੀ ਆਏ ਹੋਏ ਗੁਰਸਿੱਖ ਸੱਜਣ ਵੀ ਸਰਦਾਰ ਜਗਜੀਤ ਸਿੰਘ ਜੀ ਹਾਂਗਕਾਂਗ ਵਾਲੇ, ਜਿਨ੍ਹਾਂ ਕਿ ਜਿੱਥੇ 8 ਸਾਲ ਪਹਿਲਾਂ ਹੀ ਜਿੱਥੇ ਕਿ ਸਿੱਖੀ ਸਰੂਪ ਵਿੱਚ ਆਏ, ਫਿਰ ਅੰਮ੍ਰਿਤਧਾਰੀ ਹੋ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ, ਉਹ ਜੁੜ ਬੈਠੇ ਨੇ, ਉਹਨਾਂ ਨੂੰ ਵੀ ਜੀ ਆਇਆਂ, ਧੰਨਵਾਦ। ਆਓ ਸਭ ਤੋਂ ਪਹਿਲਾਂ ਸਮੁੱਚੇ ਤੌਰ 'ਤੇ ਫਤਿਹ ਦੀ ਸਾਂਝ ਬਾਬਾ ਜੀ ਨਾਲ ਵੀ ਆਪਾਂ ਹਾਜ਼ਰ ਕਰੀਏ। ਸਮੁੱਚੀਆਂ ਸਿੱਖ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਾਣ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਜੋ ਕੱਲ੍ਹ 18 ਸਤੰਬਰ ਨੂੰ ਗੁਰਗੱਦੀ ਦਿਵਸ ਹੈ ਉਹ ਮਨਾਉਣ ਜਾ ਰਹੇ ਹਾਂ। ਉਹ ਗੁਰਗੱਦੀ ਦਿਵਸ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਮਨਾਉਣ ਲਈ ਸਿੱਖ ਚੈਨਲ ਵੱਲੋਂ ਦੇਖੋ ਇਸ ਹਫ਼ਤੇ ਤੋਂ ਹੀ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਦੀ ਲੜੀ ਤਹਿਤ ਹੀ ਇਹ ਅੱਜ ਦਾ ਪ੍ਰੋਗਰਾਮ ਵੀ ਸਪੈਸ਼ਲ ਪ੍ਰੋਗਰਾਮ ਜੋ ਬਾਬਾ ਲੱਖਾ ਸਿੰਘ ਦੇ ਵਿਚਾਰ ਕਥਾ ਰਾਹੀਂ ਜਾਂ ਆਪ ਸਿੱਖ ਸੰਗਤਾਂ ਨਾਲ ਜੁੜਨਗੇ। ਉੱਥੇ ਨਾਲ ਦਾਸ ਆਪ ਜੀ ਨੂੰ ਇੰਨੀ ਕੁ ਜਾਣਕਾਰੀ ਦਿੰਦਾ ਜਾਏ ਕਿ ਉਹ ਜੋ ਨਾਨਕਸਰ ਸੰਪਰਦਾ ਹੈ, ਜਿੱਥੇ ਕਿ ਭਗਤੀ ਦੇ ਘਰ ਵਜੋਂ ਇਹ ਸੰਸਥਾ ਜਾਣੀ ਜਾਂਦੀ ਹੈ, ਪਛਾਣੀ ਜਾਂਦੀ ਹੈ। ਜਿਵੇਂ ਬਾਬਾ ਜੀ ਹੁਣਾਂ ਨੇ ਦੱਸਿਆ ਸੀ ਕਿ ਇਹ ਸੰਪਰਦਾ ਦੇ ਵਿੱਚ ਜਿੰਨੇ ਵੀ ਸੇਵਾਦਾਰ ਆਉਂਦੇ ਹਨ ਜਾਂ ਮੁਖੀ ਆਉਂਦੇ ਹਨ, ਉਹਨਾਂ ਦਾ ਇੱਕੋ ਹੀ ਵਿਸ਼ਵਾਸ ਹੁੰਦਾ ਹੈ, ਇਰਾਦਾ ਹੁੰਦਾ ਹੈ ਕਿ ਕੇਵਲ ਸਮਾਜ ਭਲਾਈ ਦੇ ਕੰਮ ਜਾਂ ਲੋਕਾਂ ਦੀ ਸੇਵਾ, ਲੋਕਾਈ ਦੀ ਸੇਵਾ ਜਾਂ ਸਿੱਖੀ ਦਾ ਪ੍ਰਚਾਰ ਅੰਦਰਮੁਖੀ ਹੋ ਕੇ, ਬਾਹਰੀ ਦਿਖਾਵਾ ਨਹੀਂ, ਪਖੰਡ ਨਹੀਂ, ਉਹ ਅੰਦਰਮੁਖੀ ਹੋ ਕੇ ਕਰਨਾ ਹੈ। ਇਸ ਲਈ ਆਓ, ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ ਵਾਲੀ ਗੱਲ ਸੀ, ਸਿੱਖੀ ਦਾ ਪ੍ਰਚਾਰ ਕੀਤਾ। ਅਤੇ ਅੱਜ ਬਾਬਾ ਲੱਖਾ ਸਿੰਘ ਜੀ ਪ੍ਰਚਾਰ ਹੇਤੀ ਇੰਗਲੈਂਡ ਦੇ ਦੌਰੇ 'ਤੇ ਵੀ ਹਨ ਅਤੇ ਸਿੱਖ ਚੈਨਲ ਦੇ ਸਟੂਡੀਓ ਵਿੱਚ ਪਹੁੰਚ ਚੁੱਕੇ ਹਨ। ਅਤੇ ਮੈਂ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਜੋ ਬਾਬਾ ਲੱਖਾ ਸਿੰਘ ਜੀ ਹੋਰਾਂ ਨੂੰ ਕਿ ਜੋ ਨਾਨਕਸਰ ਸੰਪਰਦਾ ਹੈ ਕਿੱਥੋਂ ਚੱਲੀ, ਕਿਵੇਂ ਬਣੀ, ਅਤੇ ਨਾਲ ਨਾਲ ਜਿਵੇਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਮਿਸ਼ਨ ਨੂੰ ਲੈ ਕੇ ਇਹ ਸੰਪਰਦਾ ਜਿੱਥੇ ਕਿ ਸਥਾਪਿਤ ਹੋਈ ਹੈ ਖਾਸ ਤੌਰ 'ਤੇ, ਇਸ ਲਈ ਇਹ ਨਾਨਕਸਰ ਸੰਪਰਦਾ ਬਾਬਾ ਆਨੰਦ ਸਿੰਘ ਜੀ ਮੁਖੀ ਜਿਵੇਂ ਪਹਿਲੇ ਹੋਏ, ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਜਿੱਥੇ ਸੇਵਾ ਸਿਮਰਨ ਕਰਦਿਆਂ ਉਹਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਏਡੀ ਮਹਾਨ ਸੇਵਾ ਕੀਤੀ ਕਿ ਉਹਨਾਂ ਵਰਗਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸ਼ਾਇਦ ਅੱਜ ਤੱਕ ਕੋਈ ਨਾ ਕਰ ਸਕਿਆ ਹੋਵੇ। ਇਸ ਲਈ ਉਹ ਬਾਬਾ ਆਨੰਦ ਸਿੰਘ ਜੀ ਜਿੱਥੇ ਮੁਖੀ ਹੋਏ ਨਾਨਕਸਰ ਸੰਪਰਦਾ ਕੇ ਵਿੱਚ ਲਈ ਖੁੱਲ੍ਹੇ ਤੌਰ 'ਤੇ ਵਿਚਾਰਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਬਾਬਾ ਲੱਖਾ ਸਿੰਘ ਜੀ, ਆਪ ਸਿੱਖ ਸੰਗਤਾਂ ਦੇ ਸਿੱਖ ਚੈਨਲ ਦੇ ਇਹ ਜ਼ਰੀਏ ਰੂਬਰੂ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਮ ਔਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਲੰਤ ਜਮਤਰਾਸ ਮਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਤੋ ਪਿਆਰੀਆਂ ਸੰਗਤਾਂ ਨੂੰ ਦਾਸ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਭਾਈ ਦਵਿੰਦਰਪਾਲ ਸਿੰਘ ਜੀ ਔਰ ਸਮੁੱਚੀ ਸਾਧ ਸੰਗਤ, ਅੱਜ ਆਪਾਂ ਇੱਥੇ ਵਿਚਾਰਧਾਰਾ ਵਿੱਚ ਸਟੂਡੀਓ ਵਿੱਚ ਸਿੱਖ ਚੈਨਲ 'ਤੇ ਵਿਚਾਰ ਕਰ ਰਹੇ ਹਾਂ। ਔਰ ਭਾਈ ਸਾਹਿਬ ਉਹਨਾਂ ਨੇ ਜੋ ਬਚਨ ਕੀਤਾ ਨਾਨਕਸਰ ਸੰਪਰਦਾ ਬਾਰੇ, ਧੰਨ ਧੰਨ ਪਿਆਰੇ ਬਾਬਾ ਆਨੰਦ ਸਿੰਘ ਜੀ
ਜਿਨ੍ਹਾਂ ਨੇ ਬਹੁਤ ਸਖਤ ਘਾਲਣਾ ਘਾਲੀ ਔਰ ਅੱਜ ਦੇ ਯੁੱਗ ਵਿੱਚ ਉਹ ਅਵਸਥਾ ਹਾਸਲ ਕਰ ਲਈ ਕਿ ਬ੍ਰਹਮ ਵਿੱਚ ਲੀਨ ਹੋਏ। ਜੀ ਪਰ ਇਤਨੀ ਔਖੀ ਘਾਟੀ ਜੋ ਕਹਿਣ ਸੁਣਨ ਤੋਂ ਬਾਹਰ ਹੈ। ਬਾਬਾ ਜੀ ਰਾਜ ਘਰਾਣੇ ਵਿੱਚੋਂ ਸਨ, ਰਾਜਗੀਰੀ ਦਾ ਕੰਮ ਕਰਦੇ ਸਨ ਔਰ ਬਚਪਨ ਤੋਂ ਹੀ ਇਹਨਾਂ ਦੀ ਜਿਹੜੀ ਲਗਨ ਸੀ ਉਹ ਪਰਮੇਸ਼ਰ ਵਾਲੇ ਪਾਸੇ ਭਿੱਜੀ ਹੋਈ ਸੀ। ਤੇ ਜਦੋਂ ਕੰਮ ਕਰਨ ਜਾਣਾ ਤੇ ਕੰਮ ਕਰਦਿਆਂ ਵੀ ਸੁਤਾ ਇਹਨਾਂ ਦੀ ਉਧਰ ਨਾਮ ਵਾਲੇ ਪਾਸੇ ਲੱਗੀ ਰਹਿਣੀ। ਸਮਾਂ ਬਤੀਤ ਹੁੰਦਾ ਰਿਹਾ। ਬਾਬਾ ਜੀ ਦਾ ਜੋ ਨਿਸ਼ਾਨਾ ਸੀ, ਬਾਬਾ ਜੀ ਇਹੀ ਉਪਦੇਸ਼ ਕਰਿਆ ਕਰਦੇ ਸਨ ਕਿ ਜੇ ਰੁਪਈਆ ਤਨਖਾਹ ਲੈਂਦੇ ਹੋ ਤੇ 1.25 ਰੁਪਇਆ ਕੰਮ ਕਰਕੇ ਆਉਣਾ ਹੈ। ਲੋ ਜਿੱਥੇ ਜਾਣਾ ਕਹਿਣ ਤੋਂ ਮਤਲਬ ਅਗਲੇ ਕੋਲ ਜੋ ਤਨਖਾਹ ਲੈਣੀ, ਦਿਹਾੜੀ ਲੈਣੀ, ਉਸ ਤੋਂ ਵੱਧ ਕੰਮ ਕਰਨਾ, ਇਹ ਉਹਨਾਂ ਦਾ ਜੋ ਨਿਸ਼ਾਨਾ। ਤੇ ਸਮਾਂ ਬਤੀਤ ਹੁੰਦਾ ਰਿਹਾ। ਜਵਾਨ ਉਮਰ ਸੀ। ਇੱਕ ਦਿਨ ਬਿਰਤੀ ਲੱਗੀ ਹੋਈ ਸੀ, ਛੱਤ ਪਾਉਣੀ ਸੀ। ਤੇ ਜਿਹੜਾ ਸਤੀਰ ਉੱਤੇ ਰੱਖਣਾ ਸੀ ਲੱਕੜ ਦਾ, ਉਹ ਕਿਤੇ ਥੋੜਾ ਜਿਹਾ ਵੱਧ ਕੱਟਿਆ ਗਿਆ। ਜਦੋਂ ਜ਼ਿਆਦਾ ਕੱਟਿਆ ਗਿਆ, ਉੱਪਰ ਰੱਖਿਆ ਤੇ ਪੂਰਾ ਨਾ ਆਇਆ। ਫਿਰ ਉਹ ਘਰ ਵਾਲੇ ਪਰਿਵਾਰ ਬੜਾ ਨਾਰਾਜ਼ ਹੋਇਆ ਵੀ ਸਾਡੀ ਤੇ ਲੱਕੜ ਖਰਾਬ ਕਰ ਦਿੱਤੀ। ਬਾਬਾ ਜੀ ਨੂੰ ਬੁਰਾ ਭਲਾ ਵੀ ਉਹਨਾਂ ਨੇ ਬੋਲਿਆ। ਬਾਬਾ ਜੀ ਖੈਰ ਖਾਮੋਸ਼ ਹੋ ਕੇ ਘਰ ਵਾਪਸ ਪਰਤੇ ਆਏ। ਸਵੇਰੇ ਗਏ। ਸਵੇਰੇ ਜਾ ਕੇ ਪਰਮੇਸ਼ਰ ਦਾ ਨਾਮ ਧਿਆਇਆ ਔਰ ਅਰਦਾਸ ਕਰਕੇ ਉਹ ਸਤੀਰ ਜਦੋਂ ਉੱਤੇ ਰੱਖਿਆ ਤੇ ਪੂਰਾ ਆ ਗਿਆ। ਜਦੋਂ ਪੂਰਾ ਆ ਗਿਆ ਸਤੀਰ ਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਉਹ ਛੱਤ ਤਾਂ ਪਾਈ। ਅੱਜ ਵੀ ਉਹ ਛੱਤ ਖੜੀ ਹੈ ਜੀ। ਉਹ ਸੰਦੂਕੜੀ ਦੀ ਛੱਤ ਹੁੰਦੀ ਸੀ, ਉਹ ਅੱਜ ਵੀ ਛੱਤ ਯਾਦਗਾਰ ਬਾਬਾ ਜੀ ਦੀ ਉਸੇ ਤਰ੍ਹਾਂ ਕਾਇਮ ਹੈ। ਉਹ ਛੱਤ ਪਾਉਣ ਤੋਂ ਬਾਅਦ ਫਿਰ ਬਾਬਾ ਜੀ ਦੀ ਜਿਹੜੀ ਰੁਚੀ ਸੀ ਉਹ ਪਰਮੇਸ਼ਰ ਦੇ ਰੰਗ ਵਿੱਚ ਰਤੀ ਗਈ। ਫਿਰ ਕਹਿੰਦੇ ਅੱਜ ਤੋਂ ਬਾਅਦ ਹੁਣ ਕੰਮ ਨਹੀਂ ਕਰਨਾ। ਫਿਰ ਭਗਤੀ ਮਾਰਗ ਵਿੱਚ ਚਲੇ ਗਏ ਔਰ ਇਤਨਾ ਮਤਲਬ ਬੰਦਗੀ ਵਿੱਚ ਲੀਨ ਸਨ। ਬਾਬਾ ਜੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਹੋਇਆ ਸੀ, ਲੇਕਿਨ ਜੀਵਨ ਬਹੁਤ ਉਹਨਾਂ ਦਾ ਸਧਾਰਨ, ਬਹੁਤ ਸਾਦਾ ਲਿਬਾਸ ਉਹਨਾਂ ਦਾ ਰੱਖਿਆ ਹੋਇਆ ਸੀ। ਤੇ ਇਸੇ ਤਰ੍ਹਾਂ ਵਿਚਰਦਿਆਂ ਬਾਬਾ ਜਵੰਤ ਸਿੰਘ ਜੀ ਰਾਜਾ ਸਾਂਸੀ ਵਾਲਿਆਂ ਦਾ ਉਹਨਾਂ ਨਾਲ ਮਿਲਾਪ ਹੋਇਆ। ਜਦੋਂ ਮਿਲਾਪ ਹੋਇਆ ਤਾਂ ਦੋਨੋਂ ਇਕੱਠੇ ਬੰਦਗੀ ਕਰਨ ਲੱਗ ਪਏ। ਤਾਂ ਇਕੱਠੇ ਬੰਦਗੀ ਕਰਦਿਆਂ ਇੱਕ ਦਿਨ ਬਾਬਾ ਜਵੰਤ ਸਿੰਘ ਜੀ ਕਹਿੰਦੇ ਬਾਬਾ ਨੰਦ ਸਿੰਘ ਜੀ ਨੂੰ, ਨੰਦ ਸਿੰਘ ਜਿਵੇਂ ਧੰਨੇ ਭਗਤ ਨੇ ਭੋਗ ਲਵਾਇਆ, ਨਾਮਦੇਵ ਨੇ ਦੁੱਧ ਪਿਆਇਆ, ਕਿ ਆਪਾਂ ਨਹੀਂ ਭੋਗ ਲਵਾ ਸਕਦੇ? ਬਾਬਾ ਜੀ ਕਹਿੰਦੇ ਆਪਾਂ ਵੀ ਲਵਾ ਸਕਦੇ ਹਾਂ, ਪਰ ਕਹਿੰਦੇ ਉਤਨੀ ਵੱਡੀ ਕੁਰਬਾਨੀ ਕਰਨੀ ਪਵੇਗੀ ਜਿਤਨੀ ਵੱਡੀ ਉਹਨਾਂ ਨੇ ਕੀਤੀ ਹੈ। ਉਦਾਸ ਟੂਕ ਮਾਤਰ ਹੀ ਦਰਸਾਵੇਗਾ, ਕਿਉਂਕਿ ਸਮਾਂ ਸੀਮਿਤ ਹੁੰਦਾ ਹੈ ਤੇ ਬਹੁਤ ਸਾਰੇ ਵਿਚਾਰ ਕਰਨ ਵਾਲੇ ਬਾਕੀ ਹਨ। ਗੁਰ ਇਤਿਹਾਸ ਆਪਾਂ ਲੈਣਾ ਹੈ ਤਾਂ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਇਹ ਵਿਚਾਰ ਕਰਕੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕੀਤੀਆਂ, ਵੇਚ ਕੇ ਸਿੱਧਾ ਲਿਆਂਦਾ, ਪ੍ਰਸਾਦਾ ਤਿਆਰ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਰੱਖਿਆ ਤੇ ਕਿਰਪਾ ਕਰੋ ਭੋਗ ਲਾਓ। ਥਾਲ ਕਾਫੀ ਸਮਾਂ ਪਿਆ ਰਿਹਾ, ਦੇਖਿਆ ਕਿ ਭੋਗ ਨਹੀਂ ਲੱਗਾ ਤੇ ਜਦੋਂ ਦੇਖਿਆ ਠੰਡਾ ਹੋ ਗਿਆ, ਲਿਆ ਕੇ ਜਾਨਵਰਾਂ ਨੂੰ ਪਾ ਦਿੱਤਾ, ਪਰ ਆਪ ਨਹੀਂ ਸਕਿਆ। ਇਸੇ ਤਰ੍ਹਾਂ ਕਰਦਿਆਂ 6 ਦਿਨ ਬਤੀਤ ਹੋ ਗਏ। 6ਵੇਂ ਦਿਨ ਵੀ ਭੋਗ ਨਾ ਲੱਗਾ। ਸਰੀਰ ਇਤਨੇ ਕਮਜ਼ੋਰ ਹੋ ਗਏ ਕਿ ਗਾਂ ਕੰਮ ਕਰਨ ਦੀ ਵੀ ਕੋਈ ਸਮਰੱਥਾ ਨਾ ਰਹੀ। 7ਵਾਂ ਦਿਨ ਆ ਗਿਆ। ਫਿਰ ਹਟ ਕੱਢ ਕੇ ਜੰਗਲ ਵਿੱਚ ਗਏ, ਲੱਕੜਾਂ ਇਕੱਠੀਆਂ ਕੀਤੀਆਂ, ਵੇਚ ਕੇ ਸਿੱਧਾ ਲਿਆਂਦਾ, ਪ੍ਰਸਾਦਾ ਤਿਆਰ ਕਰਕੇ ਗੁਰੂ ਸਾਹਿਬ ਦੇ ਮੂਹਰੇ ਥਾਲ ਪਰੋਸ ਕੇ ਰੱਖਿਆ ਔਰ ਅਰਦਾਸ ਬੇਨਤੀ ਜੋਦਰੀ ਕਰ ਰਹੇ ਨੇ। ਬਾਬਾ ਨੰਦ ਸਿੰਘ ਜੀ ਦੇ ਮਨ ਵਿੱਚ ਇਹ ਵਿਚਾਰ ਬਣ ਗਏ ਕਿ ਇਹ ਜਿਹੜੇ ਸਵਾਸ ਆ ਪਤਾ ਨਹੀਂ ਕਿਹੜੇ ਵੇਲੇ ਪੂਰੇ ਹੋ ਜਾਣੇ ਨੇ। ਅਵਸਥਾ ਐਸੀ ਬਣ ਗਈ ਕਿਉਂਕਿ ਖਾਣ ਪੀਣ ਤੋਂ ਬਗੈਰ ਕਿਤਨੇ ਕੁ ਦਿਨ ਸਰੀਰ ਕੱਢ ਸਕਦਾ। ਇਤਨਾ ਨਿਰਬਲ ਕਮਜ਼ੋਰ ਹੋ ਗਿਆ ਕਿ ਪਤਾ ਨਹੀਂ ਹੁਣ ਅਗਲਾ ਵੀ ਸਵਾਸ ਆਉਣਾ ਕਿ ਨਹੀਂ ਆਉਣਾ। ਤੇ ਬਾਬਾ ਜਵੰਤ ਸਿੰਘ ਜੀ ਨੂੰ ਕਹਿੰਦੇ, ਜਵੰਤ ਸਿੰਘ ਆਪਾਂ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਬੇਨਤੀ ਕਰੀਏ ਕਿ ਇਹ ਸਤਿਗੁਰੂ ਕਿਰਪਾ ਕਰਨ, ਇਹ ਜਿਹੜੇ ਸਵਾਸ ਨੇ ਇਹ ਲੇਖੇ ਵਿੱਚ ਲਾ ਲੈਣ, ਇਹ ਜਨਮ ਉਹਨਾਂ ਦੇ ਲੇਖੇ ਲੱਗ ਜਾਵੇ। ਤੇ ਇਸ ਤਰ੍ਹਾਂ ਬਾਣੀ ਪੜ੍ਹਦੇ ਐਸੀ ਦਸ਼ਾ ਹੋ ਗਈ ਕਿ ਬੇਹੋਸ਼ੀ ਦੀ ਸ਼ਕਲ ਵਿੱਚ ਚਲੇ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ ਤੇ ਕਮਰੇ ਵਿੱਚ ਇਤਨੀ ਜ਼ਿਆਦਾ ਲਾਈਟ ਆਈ, ਇਤਨਾ ਪ੍ਰਕਾਸ਼ ਤੇਜ ਨਿਕਲਿਆ, ਇਤਨਾ ਚਾਨਣ ਹੋਇਆ ਕਿ ਪੂਰੇ ਕਮਰੇ ਵਿੱਚ ਚਾਨਣ ਹੋ ਗਿਆ। ਆਵਾਜ਼ ਆਈ ਕਿ ਸੁਰਤ ਸੰਭਾਲੋ, ਹੋਸ਼ ਵਿੱਚ ਆਓ, ਮੈਂ ਆ ਗਿਆ।
ਸੁਰਤ ਵਿੱਚ ਆਏ ਕੀ ਤੱਕਦੇ ਨੇ। ਜਦੋਂ ਸਾਹਮਣੇ ਇਤਨਾ ਤਗੜਾ ਪ੍ਰਕਾਸ਼ ਤਾਂ ਵਿਰਾਗ ਵਿੱਚ ਆ ਕੇ ਝੱਲਿਆ ਨਾ ਗਿਆ। ਫਿਰ ਆਵਾਜ਼ ਆਈ ਕੀ ਚਾਹੁੰਦੇ ਹੋ। ਸੱਚੇ ਪਾਤਸ਼ਾਹ ਕਿਰਪਾ ਕਰੋ, ਭੋਗ ਲਾਓ। ਭੋਗ ਲਾਇਆ, ਸ਼ਹੀਦ ਪ੍ਰਸਾਦ ਦੋਨਾਂ ਮਹਾਂਪੁਰਖਾਂ ਨੂੰ ਦਿੱਤਾ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਤਨਾ ਹੱਠ ਨਹੀਂ ਕਰੀਦਾ। ਬਾਬਾ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਿਆ ਕਰੋ, ਕਲਯੁਗ ਦਾ ਸਮਾਂ ਹੈ। ਕਲਯੁਗ ਦੇ ਸਮੇਂ ਵਿੱਚ ਇਤਨਾ ਕਰੜਾ ਇਮਤਿਹਾਨ ਨਾ ਲਿਆ ਕਰੋ, ਕਿਤੇ ਕਲਯੁਗੀ ਜੀਵਨ ਨਿਸਰਦਕ ਹੋ ਕੇ ਤੁਹਾਡੇ ਚਰਨਾਂ ਤੋਂ ਦੂਰ ਨਾ ਚਲਾ ਜਾਵੇ। ਕਿਉਂਕਿ ਜਦੋਂ ਅਵਸਥਾ ਐਸੀ ਬਣ ਜਾਂਦੀ ਹੈ ਨਾ, ਦੁਖੀਆ ਦਰਦ ਵੰਦ ਦਾ ਰਿਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਜਦੋਂ ਮੂਹਰੇ ਕੋਈ ਝਲਕ ਨਜ਼ਰ ਨਹੀਂ ਆਉਂਦੀ, ਕਈ ਵਾਰ ਇਨਸਾਨ ਫਿਰ ਨਿਤਨੇਮ ਕਰਨਾ ਛੱਡ ਦਿੰਦਾ, ਗੁਰਦੁਆਰੇ ਮੱਥਾ ਟੇਕਣਾ ਛੱਡ ਦਿੰਦਾ, ਨਿਸਰਦਕ ਹੋ ਜਾਂਦਾ ਹੈ। ਤੇ ਬੇਨਤੀ ਕੀਤੀ ਕਿ ਕਲਯੁਗ ਦੇ ਵਿੱਚ ਇਤਨਾ ਤਗੜਾ ਸਖਤ ਇਮਤਿਹਾਨ ਨਾ ਲਿਆ ਕਰੋ, ਕਿਤੇ ਕਲਯੁਗੀ ਜੀਵ ਤੁਹਾਡੇ ਚਰਨਾਂ ਤੋਂ ਦੂਰ ਨਾ ਚਲਾ ਜਾਵੇ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਵੰਦ ਸਿੰਘ ਜੋ ਮੰਗਣਾ ਹੈ ਮੰਗ ਲਾ। ਬਾਬਾ ਜਵੰਦ ਸਿੰਘ ਜੀ ਕਹਿੰਦੇ ਮੰਗਣ ਵਾਲੀ ਬਾਕੀ ਕਸਰ ਕੀ ਰਹਿ ਗਈ, ਜੋ ਤੁਹਾਡੇ ਦਰਸ਼ਨ ਹੋ ਗਏ, ਹੋਰ ਕੀ ਮੰਗਣਾ ਹੈ। ਜੇ ਟੁੱਟੇ ਹੋ ਤੇ ਜਿੱਥੇ ਸਾਡੇ ਤੇ ਕਿਰਪਾ ਕੀਤੀ ਹੈ, ਉਹ ਕੀਰਤਨ ਕਰਦੇ ਸਨ। ਜਦੋਂ ਕੀਰਤਨ ਕਰਾਂ ਤੇ ਸਾਰੀ ਸੰਗਤ ਦੀ ਬਿਰਤੀ ਤੁਹਾਡੇ ਚਰਨਾਂ ਨਾਲ ਲੱਗ ਜਾਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤਥਾ ਹੈਤੂ। ਫਿਰ ਬਾਬਾ ਨਾਨਕ ਸਿੰਘ ਨੂੰ ਕਹਿੰਦੇ ਆਨੰਦ ਸ਼ਾਹ ਜੋ ਮੰਗਣਾ ਮੰਗ ਲਾ। ਬਾਬਾ ਜੀ ਕਹਿੰਦੇ ਮੈਨੂੰ ਮੰਗਣਾ ਨਹੀਂ ਆਉਂਦਾ। ਦੂਸਰਾ ਬਚਨ ਆਖਿਆ ਮੰਗਲਾ ਜੋ ਮੰਗਣਾ ਹੈ। ਬਾਬਾ ਜੀ ਕਹਿੰਦੇ ਮੰਗਣਾ ਨਹੀਂ ਆਉਂਦਾ। ਕਹਿੰਦੇ ਤੀਸਰਾ ਬਚਨ ਜੋ ਮੰਗਣਾ ਮੰਗਲਾ। ਬਾਬਾ ਜੀ ਕਹਿੰਦੇ ਜੇ ਟੁੱਟੇ ਹੋ ਤੇ ਕਹਿੰਦੇ ਆਪ ਦੇ ਬਣਾ ਲਓ ਜੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਕਹਿੰਦਾ ਮੰਗਣਾ ਨਹੀਂ ਹੁੰਦਾ ਤਾਂ ਮੰਗਣ ਵਾਲੀ ਕਸਰ ਕੀ ਸਾਡੀ ਜੀ। ਜਿਸ ਨੂੰ ਆਪ ਦਾ ਬਣਾ ਲਿਆ, ਬਾਕੀ ਪਿੱਛੇ ਕੀ ਰਹਿ ਗਿਆ। ਗੁਰੂ ਸਾਹਿਬ ਕਹਿੰਦੇ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਹਦਾ ਬਣਨਾ ਹੀ ਔਖਾ ਹੈ। ਜਦੋਂ ਇਨਸਾਨ ਉਹਦਾ ਬਣ ਜਾਂਦਾ ਹੈ, ਸਾਰਾ ਜਗਤ ਆਪਣੇ ਆਪ ਉਹਦਾ ਬਣ ਜਾਂਦਾ ਹੈ। ਬਾਬਾ ਜੀ ਗੁਰੂ ਨਾਨਕ ਦੇ ਬਣੇ, ਗੁਰੂ ਨਾਨਕ ਬਾਬਾ ਨਾਨਕ ਸਿੰਘ ਜੀ ਦੇ ਬਣ ਗਏ। ਕੋਈ ਵੀ ਬਣ ਸਕਦਾ ਹੈ ਜੀ। ਜਿਹੜਾ ਗੁਰੂ ਨਾਨਕ ਦਾ ਬਣ ਜਾਵੇਗਾ, ਗੁਰੂ ਨਾਨਕ ਅਵਸ਼ ਉਹਦਾ ਬਣ ਜਾਵੇਗਾ ਜੀ। ਕੋਈ ਬਣ ਕੇ ਦੇਖ ਲਵੇ, ਜਿਹੜਾ ਗੁਰੂ ਨਾਨਕ ਦਾ ਬਣੇਗਾ, ਗੁਰੂ ਨਾਨਕ ਉਹਦਾ ਬਣ ਜਾਵੇਗਾ। ਫਿਰ ਬਾਬਾ ਜੀ ਜਿੱਥੇ ਯਾਦ ਕਰਦੇ ਸਨ ਉੱਥੇ ਦਰਸ਼ਨ ਦਿੰਦੇ ਸਨ। ਇਸੇ ਤਰ੍ਹਾਂ ਵਿਚਰਦੇ ਵਿਚਰਦੇ ਬਾਬਾ ਜੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚਲੇ ਗਏ ਨੇ। ਬਹੁਤ ਲੰਬਾ ਟਾਈਮ ਉੱਥੇ ਉਹਨਾਂ ਨੇ ਸੇਵਾ ਕੀਤੀ। ਅੰਦਰ ਤਖਤ ਸਾਹਿਬ ਦੀ, ਅੰਗੀਠਾ ਸਾਹਿਬ ਦੀ ਸੇਵਾ ਕੀਤੀ ਬਾਬਾ ਜੀ ਨੇ। ਤੋ ਗੋਦਾਵਰੀ ਤੋਂ ਜਲ ਲਿਆ ਕੇ ਇਸ਼ਨਾਨ ਕਰਵਾਇਆ ਕਰਨਾ। ਫਿਰ ਸਾਰਾ ਦਿਨ ਕੁਝ ਲੰਗਰ ਦੇ ਵਿੱਚ ਜੂਠੇ ਬਰਤਨ ਸਾਫ਼ ਕਰਨੇ, ਲੰਗਰ ਹੋਰ ਸੇਵਾ ਕਰਨੀ, ਝਾੜੂ ਮਾਰਨਾ। ਤੇ ਰਾਤ ਨੂੰ ਇਸ਼ਨਾਨ ਕਰਨ ਤੋਂ ਬਾਅਦ ਫਿਰ ਭਜਨਗੜ੍ਹ ਜਗ੍ਹਾ ਉੱਥੇ ਗੋਦਾਵਰੀ ਦੇ ਕਿਨਾਰੇ ਤੇ ਉੱਥੇ ਜਾ ਕੇ ਭਜਨ ਕਰਨਾ। ਉੱਥੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਜਦੋਂ ਬਖਸ਼ਿਸ਼ ਕੀਤੀ ਤੇ ਫਿਰ ਰਹਿਮਤ ਹੋਈ ਕਿ ਤੇਰੀ ਇੱਥੇ ਸੇਵਾ ਪ੍ਰਵਾਨ ਹੈ, ਹੁਣ ਤੂੰ ਮਾਲਵੇ ਦੀ ਧਰਤੀ ਤੇ ਜਾ ਕੇ ਵਿਚਰ। ਫਿਰ ਬਾਬਾ ਜੀ ਉੱਥੋਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੋਂ ਬਖਸ਼ਾਂ ਲੈ ਕੇ ਫਿਰ ਮਾਲਵੇ ਦੀ ਧਰਤੀ ਤੇ ਆਏ। ਤੋ ਇੱਥੇ ਆ ਕੇ ਸੰਤ ਵਿਧਾਵਾ ਸਿੰਘ ਸੀ, ਉਹਨਾਂ ਕੋਲੋਂ ਪਹਿਲਾਂ ਬਾਬਾ ਜੀ ਨੇ ਵਿਦਿਆ ਪ੍ਰਾਪਤ ਕੀਤੀ। ਤਾਂ ਸੰਤ ਵਿਧਾਵਾ ਸਿੰਘ ਨੇ ਹੀ ਬਾਬਾ ਹਰਨਾਮ ਸਿੰਘ ਜੀ ਪੁੱਛੋ ਵਾਲੇ, ਉਹਨਾਂ ਨੂੰ ਅਮਲਾਪ ਕਰਵਾਇਆ। ਤੋ ਇਹ ਬਾਬਾ ਜੀ ਇਸ ਤਰ੍ਹਾਂ ਬਖਸ਼ਿਸ਼ ਲੈ ਕੇ ਫਿਰ ਨਾਨਕਸਰ ਦੀ ਮੋੜੀ ਗੱਡੀ ਧੁਰਵਾ ਵੱਧਾ। ਤੋ ਜਿਸ ਨੂੰ ਵੀ ਬਾਬਾ ਜੀ ਇਹ ਸਿੱਖੀ ਦੇ ਸਕੂਲ ਵਿੱਚ, ਆਪਣੇ ਸਕੂਲ 'ਚ ਦਾਖਲ ਕਰਦੇ ਸਨ, ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਉਂਦੇ ਸਨ ਜੀ। ਔਰ ਇਸ ਤਰ੍ਹਾਂ ਨਰਲੇਪ ਰਹੇ ਨੇ, ਜਿੱਥੇ ਜਾਣਾ ਕੋਈ ਝੁੱਗੀ ਬਣਾ ਕੇ ਰਹਿਣਾ, ਜਾਣ ਲੱਗਿਆ ਉਹਨੂੰ ਵੀ ਅੱਗ ਲਾ ਜਾਣੀ ਕਿ ਮੇਰਾ ਮੋਹ ਨਾ ਪਿੱਛੇ ਚਲਾ ਜਾਵੇ। ਇਤਨਾ ਉਹਨਾਂ ਨੇ ਤਿਆਗ ਦਿਖਾਇਆ। ਔਰ ਜੋ ਨਾਨਕਸਰ ਜਗ੍ਹਾ ਸੀਗੀ ਉਹ ਫਿਰ ਉਹਨਾਂ ਨੇ ਬਾਅਦ 'ਚ ਬਰਕਰਾਰ ਕੀਤੀ। ਉਹ ਵੀ ਕੱਚੀ ਸੀ, ਬਾਬਾ ਜੀ ਨੇ ਆਪਣੀ ਮੌਜੂਦਗੀ ਵਿੱਚ ਪੱਕੀ ਇੱਟ ਲੱਗਣ ਨਹੀਂ ਦਿੱਤੀ ਜੀ। ਤੋ ਉਹਨਾਂ ਦਾ ਨੇਮ ਸੀ ਕਿ ਮੈਂ ਪੱਕੀ ਇੱਟ ਨਹੀਂ ਲਾਉਣੀ, ਬਾਅਦ 'ਚ ਮੇਰੇ ਤੋਂ ਜਿਹੜਾ ਆਉਣਗੇ ਉਹ ਆਪੇ ਕਰਨਗੇ। ਮਤਲਬ ਇਤਨਾ ਸਧਾਰਨ ਜੀਵਨ ਵਿੱਚ ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਦਾਸ ਜ਼ਿਆਦਾ ਵਿਸਥਾਰ ਵਿੱਚ ਨਾ ਜਾਵੇ। ਤੋ ਇਸ ਤਰ੍ਹਾਂ ਬਾਬਾ ਜੀ ਨੇ ਉਹ ਪ੍ਰਾਪਤੀ ਕੀਤੀ, ਉੱਥੋਂ ਦਾ ਧਰਵਾ ਵੱਧਾ। ਔਰ ਅੱਜ ਉਹ ਸਿੱਖੀ ਦਾ ਮਹਾਨ ਕੇਂਦਰ ਬਣ ਚੁੱਕਾ ਹੈ ਉਹ ਜਗ੍ਹਾ, ਜੋ ਹਜ਼ਾਰਾਂ ਲੋਕ ਰੋਜ਼ ਉੱਥੇ ਜਾ ਕੇ ਨਮਸਤਕ ਹੁੰਦੇ ਨੇ ਔਰ ਉਹ ਤੋਂ ਬਖਸ਼ਾਂ ਪ੍ਰਾਪਤ ਕਰਦੇ ਨੇ। ਇਤਨਾ ਭਾਰੀ ਅੰਮ੍ਰਿਤ ਸੰਚਾਰ ਕੀਤਾ ਜਾ ਰਿਹਾ ਹੈ। ਬਿਲਕੁਲ ਬਾਬਾ ਜੀ, ਤੁਸੀਂ ਜਿਵੇਂ ਵਿਚਾਰ ਚਰਚਾ ਆਪਾਂ ਕਰ ਰਹੇ ਹਾਂ, ਬਹੁਤ ਵਧੀਆ ਗੱਲ ਹੈ ਬਾਬਾ ਜੀ ਨੇ ਕਹੀ ਕਿ ਜਿਵੇਂ ਕਿ ਸਿੱਖਾਂ ਨੂੰ ਇਹ ਨਹੀਂ ਕਹਿਣਾ ਸਾਨੂੰ ਆਹ ਚੀਜ਼ ਨਹੀਂ ਮਿਲੀ ਕਿ ਨਿਤਨੇਮ ਛੱਡ ਦਿਓ ਜਾਂ ਟੁੱਟ ਜਾਓ, ਗੁਰਬਾਣੀ ਨਾਲ ਜੁੜੇ ਰਹਿਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਨੰਦ ਸਿੰਘ ਹੋਰਾਂ ਨੇ ਸੇਵਾ ਕੀਤੀ, ਉਹਨਾਂ ਨੇ ਇੱਕ ਪ੍ਰੇਰਨਾ ਦਿੱਤੀ ਕਿ
ਗੁਰੂ ਗ੍ਰੰਥ ਸਾਹਿਬ ਦੀ ਬੜੀ ਸੇਵਾ ਆਪਾਂ ਆਉਣ ਵਾਲੇ ਸਮੇਂ ਵਿੱਚ ਕਰਦੇ ਹਾਂ। ਹਾਂਜੀ। ਜੋ ਆਪ ਜੀ ਜੇ ਸੰਪਰਦਾ ਦੇ ਮੁਖੀ ਹੋ, ਨਾਨਕਸਰ ਸੰਪਰਦਾ, ਉਸ ਜੋ ਨਾਨਕਸਰ ਸਾਹਿਬ ਦੇ ਜੋ ਕਾਰਜ ਹਨ ਕਿਵੇਂ ਚੱਲ ਰਹੇ ਹਨ, ਉਹ ਡਾਕੂਮੈਂਟਰੀ ਜੋ ਆਪਣੇ ਕੋਲ ਤਿਆਰ ਹੈ ਬਿਲਕੁਲ। ਆਪਾਂ ਪਹਿਲਾਂ ਸਿੱਖ ਸੰਗਤਾਂ ਸਮੁੱਚੀਆਂ ਸਿੱਖ ਚੈਨਲ ਦੀਆਂ ਵੀ ਉਸ ਨਾਲ ਜੁੜਦੇ ਹਾਂ, ਉਸ ਉਪਰੰਤ ਫਿਰ ਆਪਾਂ ਇਸ ਵਿਚਾਰ 'ਚ ਸ਼ਾਮਲ ਰਹਾਂਗੇ। ਦੇਖੀਏ ਉਹ ਕਿ ਜਿਹੜੀ ਡਾਕੂਮੈਂਟਰੀ ਵਿੱਚ ਜੋ ਆਪ ਕਾਰਵਾਈ ਕਰਦੇ ਹਨ, ਕਾਰਜ ਚੱਲਦੇ ਹਨ ਨਾਨਕਸਰ ਸੰਪਰਦਾ ਦੇ, ਉਹ ਸਿੱਖ ਚੈਨਲ ਸਿੱਧੇ ਤੌਰ ਤੇ ਸਿੱਖ ਚੈਨਲ ਜ਼ਰੀਏ ਸਿੱਖ ਸੰਗਤਾਂ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।